विचार आप जी ਨੂੰ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ ਖਾਲਸਾ, ਆਓ ਤਿਨਾਂ ਦੇ ਪਾਸੋਂ ਗੁਰਸ਼ਬਦ ਦੇ ਵਿਚਾਰ ਸਰਵਣ ਕਰਕੇ ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे प्राणनाथ गोबिंद कृपा निदान जगद गुरु, हे संसार ताप हरण करुणा मैं सब दुख हरो, हे सरन जोग दयाल दीना नाथ मया करो। शरीर स्वस्थ खीन समाये, सिमरंत नानक राम दमोदर माधव। मूक उच्चरै शास्त्र खट, पिंग गिरन चढ़ जाए। अंध लख बदरा सुनै, जो काल कृपा कराए। कहा बुद्ध प्रभ तुच्छ हमारी, बरन सकै महिमा जो तिहारी। हम ना सकत कर सिफत तुम्हारी, आप ले हो तुम कथा सुधारी। विसर नाही दातार, अपना नाम देहो। गुण गावा दिन रात, नानक चाओ एहो। गुण गावा दिन रात, नानक चाओ एहो। चवर शतर तख्त सिंहासन के मालिक, गुरता गद्दी ते सुभाएमान। राजान राज पानान पान, देवान देव। उपमा महान जियों के मालिक, शहनशाह पिता। वाली कुल आलम सर्ब कायनात, सृष्टि दे रचनायक। शब्द ब्रह्म सतगुरु, दसां ही पातशाहियों के आत्मक स्वरूप। धन धन सतगुरु श्री गुरु गुरु ग्रंथ साहिब जी महाराज, जिन्हां दी पावन पवित्र हजूरी दे अंदर जुड़ करके धन धन सतगुरु श्री गुरु गुरु नानक देव साहिब जी महाराज, जिन्हां दे पावन पवित्र गुर इतिहासिक अस्थान गुरुद्वारा नानक प्याओ साहिब आप सरबत संगतां हाजरी भर रहे हो। बड़े प्रेम दे सहित आप कलयुग में कीर्तन प्रधाना, गुरमुख जपिए लाए ध्याना दे महावाका अनुसार भाई अमनदीप सिंह जी होरां दे जथे पासों गुरबाणी का कीर्तन सरवण कर रहे सी। और सिंह साहिब जी होना ने बड़े प्रेम दे नाल आप जियां नूं लड़ीवार शब्द जिहदा मूल पाठ सरवण आप जियां ने कीता है।
ਆਓ ਬੜੇ ਪ੍ਰੇਮ ਦੇ ਨਾਲ ਜੁੜ ਮਿਲ ਕਰਕੇ ਸਤਿਗੁਰੂ ਜੀ ਆਪ ਕਿਰਪਾ ਰਹਿਮਤ ਕਰਕੇ ਸਾਡੇ ਅਗਿਆਨੀਆਂ ਕੋ ਵਿਚਾਰਾਂ ਕਰਵਾ ਲੈਣ। ਆਪ ਮਿਹਰਾਂ ਭਰਿਆ ਹੱਥ ਰੱਖ ਕਰਕੇ ਆਪਣੀ ਵਡਿਆਈ ਔਰ ਸੋਭਾ ਕਰਵਾਉਣ। ਜਿੱਥੇ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਗੁਰਤਾ ਗੱਦੀ ਦਿਵਸ ਸੰਗਤਾਂ ਬੜੇ ਹੀ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਮਨਾ ਰਹੀਆਂ ਹਨ। ਆਪ ਸਰਬੱਤ ਸੰਗਤਾਂ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਗੁਰਤਾ ਗੱਦੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ। ਆਓ ਸਤਿਗੁਰੂ ਜੀਆਂ ਦੇ ਇਤਿਹਾਸ ਨੂੰ ਆਪਾਂ ਸੁਣਨ ਦਾ, ਸੁਣਾਉਣ ਦਾ ਯਤਨ ਕਰੀਏ। ਜਿਤਨੀ ਕੋ ਸਤਿਗੁਰੂ ਜੀ ਕਿਰਪਾ ਰਹਿਮਤ ਕਰਨਗੇ, ਆਪ ਜੀਆਂ ਦੇ ਨਾਲ ਵਿਚਾਰਾਂ ਕਰਾਂਗੇ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਆਪ ਬੜੇ ਪ੍ਰੇਮ ਸਹਿਤ ਸਰਬੱਤ ਸੰਗਤਾਂ ਹਾਜ਼ਰੀ ਲਗਵਾਵੋ ਔਰ ਕੋਈ ਵੀ ਰਸਨਾ ਵਾਂਝੀ ਨਾ ਰਹੇ। ਪ੍ਰੇਮ ਦੇ ਵਿੱਚ ਭੇਜ ਕਰਕੇ ਸਰਬੱਤ ਸੰਗਤਾਂ ਬੜੇ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਕਹਿੰਦੇ ਕੁਰਬਾਨੀ ਤਿੰਨਾਂ ਗੁਰ ਸਿੱਖਾਂ, ਭਾਏ ਭਗਤ ਗੁਰਪੁਰਬ ਕਰੰਦੇ। ਜਿਹੜੇ ਗੁਰੂ ਦੇ ਪੁਰਬਾਂ ਨੂੰ ਕਰੰਦੇ ਨੇ, ਭਾਵ ਮਨਾਵੰਦੇ ਨੇ ਨਾ, ਉਹਨਾਂ ਸਿੱਖਾਂ ਤੋਂ ਭਾਈ ਗੁਰਦਾਸ ਜੀ ਕਹਿੰਦੇ ਅਸੀਂ ਕੁਰਬਾਨੇ ਜਾਂਦੇ ਹਾਂ। ਵਡਭਾਗੀ ਨੇ ਉਹ ਗੁਰਸਿੱਖ ਜਿਹੜੇ ਗੁਰੂ ਦੀ ਗਾਥਾ ਨੂੰ, ਗੁਰਬਾਣੀ ਵਿਚਾਰ ਨੂੰ, ਸ਼ਬਦ ਨੂੰ ਸਰਵਣ ਕਰਦੇ ਨੇ। ਸਾਧ ਸੰਗਤ ਜੀ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਲਾਹੌਰ ਚੂਨਾ ਮੰਡੀ 17 ਅਕਤੂਬਰ 1534 ਈਸਵੀ ਨੂੰ ਹੋਇਆ ਹੈ। ਸਾਧ ਸੰਗਤ ਜੀ, ਭਾਈ ਹਰਦਾਸ ਔਰ ਮਾਂ ਦਇਆ ਕੌਰ ਜਿਨ੍ਹਾਂ ਦੀ ਕੁੱਖ ਤੋਂ ਸਤਿਗੁਰੂ ਜੀਆਂ ਨੇ ਆਪਣਾ ਪ੍ਰਕਾਸ਼ ਧਾਰਨ ਕੀਤਾ ਹੈ। ਕੁਦਰਤ ਦੀ ਐਸੀ ਖੇਡ ਕਿ ਮਾਤਾ ਦਾ ਚਿਹਰਾ ਵੀ ਅਜੇ ਚੰਗੀ ਤਰ੍ਹਾਂ ਦੇਖਿਆ ਨਹੀਂ। ਅਜੇ ਮਾਤਾ ਦੀ ਲਾਡ ਲਡਾਏ ਸਹੀ, ਪਰ ਮਾਤਾ ਜਿਹੜੇ ਉਹ ਸਦੀਵੀ ਵਿਛੋੜਾ ਦੇ ਗਏ। ਸਾਧ ਸੰਗਤ ਜੀ, ਮੌਤ ਅਟਲ ਸਚਾਈ ਹੈ। ਨਾ ਬੱਚੇ ਨੂੰ ਦੇਖਦੀ ਹੈ, ਨਾ ਜਵਾਨ ਨੂੰ ਦੇਖਦੀ ਹੈ। ਜਦੋਂ ਗੁਰੂ ਦਾ ਹੁਕਮ ਆਵੇ ਉਦੋਂ ਇਸ ਮਾਤ ਲੋਕ ਤੋਂ ਹਰ ਇੱਕ ਨੂੰ ਕੂਚ ਕਰਨਾ ਪੈਂਦਾ ਹੈ। ਇਸੇ ਕਰਕੇ ਮਹਾਰਾਜ ਜੀਆਂ ਨੇ ਗੁਰਬਾਣੀ ਦੇ ਅੰਦਰ ਬਚਨ ਕੀਤੇ ਨੇ ਨਾ, ਗੱਗਾ ਗੋਬਿੰਦ ਗੁਣ ਰਵਹੁ, ਸਾਸ ਸਾਸ ਜਪ ਨੀਤ, ਕਹਾ ਬਿਸਾਸਾ ਦੇਹ ਕਾ ਬਿਲਮ ਨਾ ਕਰਹੁ ਮੀਤ। ਇਹ ਦੇਹ ਦਾ ਕੋਈ ਵੀ ਭਰੋਸਾ ਨਹੀਂ, ਕਦੋਂ ਸਵਾਸ ਪ੍ਰਾਣ ਜਿਹੜੇ ਨਿਕਲ ਜਾਣ, ਖਤਮ ਹੋ ਜਾਣ। ਤੂੰ ਦੇਰੀ ਨਾ ਕਰ, ਪਰਮਾਤਮਾ ਨੂੰ ਜਪਣ ਦੇ ਵਾਸਤੇ ਢਿੱਲ ਨਾ ਕਰ। ਪਰਮਾਤਮਾ ਦਾ ਨਾਮ ਸਵਾਸ ਸਵਾਸ ਧਿਆ। ਸਾਧ ਸੰਗਤ, ਮਾਤਾ ਦਇਆ ਕੌਰ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਭਾਈ ਹਰਦਾਸ ਜੀਆਂ ਨੇ ਭਾਈ ਜੇਠਾ ਜੀ ਦੀ ਪਰਵਰਿਸ਼ ਕੀਤੀ। ਵੱਡੇ ਸਨ, ਇਸ ਕਰਕੇ ਨਾਮ ਭਾਈ ਜੇਠਾ ਜਿਹੜਾ ਬਚਪਨ ਤੋਂ ਚੱਲਦਾ ਹੁੰਦਾ ਸੀ। ਭਾਈ ਜੇਠਾ ਜੀਆਂ ਦੀ ਪਰਵਰਿਸ਼ ਕੀਤੀ ਹੈ। ਭਾਈ ਹਰਦਾਸ ਜੀਆਂ ਨੇ 7 ਸਾਲ ਦੀ ਆਰਬਲਾ ਭਾਈ ਜੇਠਾ ਜੀ ਦੀ ਹੋਈ ਤੇ ਫਿਰ ਭਾਈ ਹਰਦਾਸ ਜੀ ਵੀ ਅਕਾਲ ਚਲਾਣਾ ਕਰ ਗਏ। ਭਾਈ ਜੇਠਾ ਜੀ 7 ਸਾਲ ਦੇ ਅੰਦਰ ਯਤੀਮ ਹੋ ਗਏ। ਸਾਧ ਸੰਗਤ ਜੀ, ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਹੈ, ਕੁਦਰਤ ਰਾਣੀ ਖੇਡ ਅਨੋਖੀ, ਬਚਪਨ ਦੇ ਵਿੱਚ ਖੇਡੀ, ਹੋਏ ਯਤੀਮ ਜਿੰਦ ਨਾ ਉਲਝੀ, ਮੰਜ਼ਲ ਬਹੁਤ ਬਰੇਡੀ। ਮੰਜ਼ਲ ਬੜੀ ਮੁਸ਼ਕਲ ਬਚਪਨ ਦੇ ਵਿੱਚ। ਸਾਧ ਸੰਗਤ ਜੀ, 7 ਸਾਲ ਦਾ ਬੱਚਾ ਕਿਤਨਾ ਕੋ ਸਮਝਦਾਰ ਹੁੰਦਾ ਹੈ। ਇੱਥੇ ਤਾਂ 20-20 ਸਾਲ ਦੇ ਮੇਰੇ ਵਰਗੇ ਪੈਰਾਂ ਤੇ ਖਲੋ ਨਹੀਂ ਪਾਉਂਦੇ, ਪਰ ਸਾਧ ਸੰਗਤ ਜੀ 7 ਸਾਲ ਦੀ ਆਰਬਲਾ ਬੜੀ ਥੋੜੀ ਆਰਬਲਾ ਹੈ। ਇੱਥੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਉਸ ਸਮੇਂ ਗੋਇੰਦਵਾਲ ਸਾਹਿਬ ਨਗਰ ਵਸਾ ਰਹੇ ਨੇ।
ਬਾਸਰ ਕੇ ਪਿੰਡ ਤੋਂ ਨਾਨੀ ਜਿਹੜੀ ਹੈ ਆਪਣੇ ਜਵਾਈ ਦੀ ਮੌਤ ਤੋਂ ਬਾਅਦ ਇਸ ਭਾਈ ਜੇਠੇ ਦੇ ਕੋਲ ਲਾਹੌਰ ਆ ਗਈ। ਸਾਧ ਸੰਗਤ ਜੀ, ਨਾਨੀ ਮਾਂ ਨੇ ਕੀ ਕਰਨਾ, ਪੇਟ ਦੀ ਪੂਰਤੀ ਦੇ ਵਾਸਤੇ, ਆਪਣੀ ਪੇਟ ਦੀ ਪੂਰਤੀ ਦੇ ਵਾਸਤੇ ਬੱਚੇ ਨੂੰ ਘੁੰਗਣੀਆਂ ਪਕਾ ਕਰਕੇ ਦਿਆ ਕਰਨੀਆਂ। ਭਾਈ ਜੇਠੇ ਨੇ ਲਾਹੌਰ ਦੀਆਂ ਗਲੀਆਂ ਦੇ ਅੰਦਰ ਛਾਬੜੀ ਨੂੰ ਸਿਰ ਦੇ ਉੱਪਰ ਰੱਖ ਕਰਕੇ ਘੁੰਗਣੀਆਂ ਵੇਚਣੀਆਂ। ਇੱਥੇ ਸਾਧ ਸੰਗਤ, ਕੋਈ ਤੇ ਭੁੱਖ ਕਰਕੇ ਉਹਨਾਂ ਨੂੰ ਖਰੀਦਦਾ ਹੈ ਤੇ ਕੋਈ ਇਹ ਜਾਣਦਾ ਇਹ ਬੱਚਾ ਅਨਾਥ, ਇਹਦੇ ਮਾਤਾ ਪਿਤਾ ਨਹੀਂ, ਤੇ ਉਹਨਾਂ ਦੀ ਮਦਦ ਵਾਸਤੇ ਕੁਝ ਲੋਕ ਘੁੰਗਣੀਆਂ ਖਰੀਦ ਲੈਂਦੇ। ਤੇ ਜਿਹੜੇ ਸਾਧ ਸੰਗਤ ਜੀ ਸੋਢੀ ਕੁਲ ਦੇ ਵਿੱਚੋਂ ਸ਼ਰੀਕ ਸਨ ਨਾ, ਉਹਨਾਂ ਨੇ ਟਿਕਣ ਨਾ ਦਿੱਤਾ, ਉਹਨਾਂ ਨੇ ਜਿਉਣ ਨਾ ਦਿੱਤਾ। ਫਿਰ ਨਾਨੀ ਮਾਂ ਇੱਥੋਂ ਲਾਹੌਰ ਤੋਂ ਚੱਲੇ, ਭਾਈ ਜੇਠੇ ਨੂੰ ਨਾਲ ਲੈ ਕਰਕੇ ਬਾਸਰ ਕੇ ਪਿੰਡ ਆ ਗਏ। ਸਾਧ ਸੰਗਤ, ਇਹ ਨਾਨਕੇ ਨੇ ਭਾਈ ਜੇਠਾ ਜੀ ਦੇ, ਬਾਸਰ ਕੇ ਪਿੰਡ ਆ ਗਏ। ਇੱਥੇ ਕੁਝ ਸਾਲ ਟਿਕ ਕਰਕੇ ਫਿਰ ਭਾਈ ਜੇਠਾ ਜੀਆਂ ਨੇ ਘੁੰਗਣੀਆਂ ਵੇਚਣੀਆਂ ਆਰੰਭ ਕੀਤੀਆਂ। ਉਧਰ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਨਗਰ ਵਸਾ ਰਹੇ ਨੇ, ਸਤਿਗੁਰੂ ਜੀ ਉੱਥੇ ਕਿਰਪਾ ਕਰ ਰਹੇ ਨੇ। ਸਾਧ ਸੰਗਤ, ਕੁਝ ਸਮਾਂ ਪਿਆ, ਮਾਂ ਨਾਨੀ ਜਿਹੜੀ ਹੈ ਉਹ ਲੈ ਕਰਕੇ ਭਾਈ ਜੇਠਾ ਜੀ ਨੂੰ ਤੇ ਗੋਇੰਦਵਾਲ ਸਾਹਿਬ ਚਲੇ ਗਏ। ਸਤਿਗੁਰੂ ਜੀਆਂ ਦੇ ਚਰਨਾਂ ਦੇ ਅੰਦਰ ਜਾ ਕਰਕੇ ਨਮਸਕਾਰ ਕੀਤੀ, ਸੀਸ ਝੁਕਾਇਆ ਔਰ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਗੁਰੂ ਰਾਮਦਾਸ ਭਾਈ ਜੇਠਾ ਜੀਆਂ ਨੇ ਦਰਸ਼ਨ ਦੀਦਾਰ ਕੀਤੇ। ਸਤਿਗੁਰੂ ਜੀਆਂ ਨੇ, ਜਿਵੇਂ ਸਾਧ ਸੰਗਤ ਭੱਟ ਜੀ ਸਿਫਤ ਕਰਦੇ ਨੇ ਨਾ ਕਿ ਜਦੋਂ ਗੁਰੂ ਨੇ ਦਰਸ਼ਨ ਜਾ ਕਰਕੇ ਕੀਤੇ ਤੇ ਭਾਈ ਜੇਠਾ ਜੀਆਂ ਨੇ ਦਰਸ਼ਨ ਕੀਤੇ, ਇਸ ਤਰ੍ਹਾਂ ਲੱਗਿਆ ਜਿਵੇਂ ਕਰੋੜਾਂ ਜਨਮਾਂ ਦਾ ਦੁੱਖ ਜਿਹੜਾ ਹੈ ਨਾ ਉਹ ਦੂਰ ਹੋ ਗਿਆ ਹੋਵੇ। ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਸਾਧ ਸੰਗਤ, ਗੁਰੂ ਵੱਡਾ ਹੈ, ਵੱਡੇ ਤੋਂ ਭਾਵ ਜੇਠਾ, ਗੁਰੂ ਦੇ ਦਰਸ਼ਨ ਕਰਕੇ ਗੁਰੂ ਨੇ ਸੁਖ ਪਾਇਆ। ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਿਵਨ ਕੀ ਬੰਚਤ ਬਿਦ ਕੋ ਸਿੱਧ ਕੋ ਬਿਦ ਮਲਾਇਓ। ਜਿਹੜੀ ਤਰਾਂਗ ਸੀ ਮਨ ਦੇ ਵਿੱਚ ਅੰਮ੍ਰਿਤ ਪੀਣ ਦੀ, ਉਹ ਸਾਧ ਸੰਗਤ ਪੂਰੀ ਹੋਦੀ ਜਾਪਦੀ ਹੈ। ਇਸੇ ਹੀ ਸ਼ਬਦ ਦੇ ਅੰਦਰ ਭਾਈ ਜੇਠੇ ਦੇ ਪ੍ਰਥਾਏ ਸਤਿਗੁਰੂ ਤੇ ਸਵਈਆਂ ਦੇ ਅੰਦਰ ਭੱਟ ਜੀ ਇਹ ਕਿਰਪਾ ਕਰਦੇ, ਕਹਿੰਦੇ ਗਇਓ ਦੁਖ ਦੂਰ ਬਰਖਣ ਕੋ, ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਅਨੇਕਾਂ ਜਨਮਾਂ ਦੇ ਵਿਛੋੜੇ ਤੋਂ ਬਾਅਦ ਸਤਿਗੁਰੂ ਕਹਿੰਦੇ ਐਸੀ ਕਿਰਪਾ ਵਰਤੀ, ਸਾਰੇ ਦੁੱਖ ਕਸ਼ਟ ਜਿਹੜੇ ਨੇ ਉਹ ਖਿੰਨ ਦੇ ਵਿੱਚ ਭੁੱਲ ਗਏ, ਖਤਮ ਹੋ ਗਏ। ਇੱਥੇ ਫਿਰ ਸਤਿਗੁਰੂ ਜੀ ਭਾਈ ਜੇਠਾ ਜੀ ਸਤਿਗੁਰੂ ਜੀਆਂ ਦੇ ਪਾਸ ਰਹਿ ਕਰਕੇ, ਮਾਂ ਨਾਨੀ ਪਾਸ ਹੈ ਔਰ ਮਾਤਾ ਨਾਨੀ ਨੇ ਘੁੰਗਣੀਆਂ ਪਕਾ ਕਰਕੇ ਦਿਆ ਕਰਨੀਆਂ। ਸਾਧ ਸੰਗਤ ਜੀ, ਇਤਿਹਾਸ ਦੇ ਅੰਦਰ ਆਉਂਦਾ ਹੈ ਜੋ ਗੋਦਾਵਰੀ ਦਾ ਘਾਟ ਹੈ ਨਾ ਸਾਧ ਸੰਗਤ, ਇਹ ਜਿਹੜਾ ਪੁਲ ਹੈ ਦਿੱਲੀ ਤੋਂ ਜਾਣ ਵਾਲੀਆਂ ਸੰਗਤਾਂ ਲਾਹੌਰ ਨੂੰ, ਇੱਥੇ ਗੋਦਾਵਰੀ ਦਾ ਇੱਕ ਹੀ ਘਾਟ ਸੀ ਤੇ ਇਸ ਘਾਟ ਦੇ ਉੱਪਰ ਵੀ ਭਾਈ ਜੇਠਾ ਜੀਆਂ ਨੇ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਬੈਠ ਕਰਕੇ ਘੁੰਗਣੀਆਂ ਵੇਚੀਆਂ। ਤੇ ਸਾਧ ਸੰਗਤ, ਸਵੇਰੇ ਘੁੰਗਣੀਆਂ ਵੇਚਿਆ ਕਰਨੀਆਂ, ਜਦੋਂ ਸ਼ਾਮ ਹੋਇਆ ਕਰਨੀ ਨਾ, ਭਾਈ ਜੇਠਾ ਜੀ ਨੇ ਕੀ ਕਰਿਆ ਕਰਨਾ, ਸ਼ਾਮ ਨੂੰ ਗੁਰੂ ਦੀ ਸੇਵਾ ਦੇ ਵਿੱਚ ਆ ਜਾਇਆ ਕਰਨਾ। ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦਾ ਦੀਵਾਨ ਦਰਬਾਰ ਸਜਦਾ ਹੈ ਨਾ, ਉੱਥੇ ਆਣ ਕਰਕੇ ਭਾਈ ਜੇਠਾ ਜੀ ਨੇ ਫਿਰ ਤੱਪੜ ਝਾੜ ਕਰਕੇ ਵਿਛਾਇਆ ਕਰਨੇ, ਦਰਬਾਰ ਦੇ ਅੰਦਰ ਸਫਾਈ ਕਰਿਆ ਕਰਨੀ, ਸੇਵਾ ਕਰਿਆ ਕਰਨੀ। ਸਾਧ ਸੰਗਤ ਜੀ, ਇੱਥੋਂ ਨਾਮ ਦੀ ਲਿਵ ਜਿਹੜੀ ਉਹ ਲੱਗ ਗਈ, ਸੇਵਾ ਦੇ ਵਿੱਚ ਮਨ ਜਿਹੜਾ ਹੈ ਨਾ ਉਹ ਜੁੜਦਾ ਗਿਆ। ਫਿਰ ਇਤਨੀ ਸੇਵਾ ਕੀਤੀ, ਕਿਸੇ ਲੋਕਾਂ ਦੀ ਵਡਿਆਈ ਦੇ ਵਾਸਤੇ ਨਹੀਂ ਜਾਂ ਸਾਧ ਸੰਗਤ ਯਤੀਮ ਸਮਝ ਕੇ ਨਹੀਂ, ਗੁਰੂ ਨੂੰ ਪੂਰਨ ਰੂਪ ਉੱਪਰ ਧਾਰ ਕਰਕੇ ਗੁਰੂ ਦੇ ਨਾਲ ਇਤਨੀ ਪ੍ਰੀਤੀ ਕੀਤੀ। ਸਾਧ ਸੰਗਤ ਜੀ, ਜਿਵੇਂ ਗੁਰਬਾਣੀ ਦੇ ਅੰਦਰ ਬਚਨ ਆਉਂਦਾ ਹੈ ਨਾ, ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ। ਮਹਾਰਾਜ ਕਹਿੰਦੇ ਸੇਵਕ ਕੌਣ ਹੈ?
ਜਿਹੜਾ ਗੁਰੂ ਨੂੰ ਸਮਰਪਿਤ ਹੋ ਜਾਵੇ, ਆਪਣਾ ਸਿਰ ਗੁਰੂ ਦੇ ਚਰਨਾਂ ਪਾਸ ਧਰ ਦੇਵੇ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਬਚਨ, ਹਰ ਇੱਕ ਗੁਰਸਿੱਖ ਅੰਮ੍ਰਿਤ ਵੇਲੇ ਪੜ੍ਹਦਾ ਹੈ ਨਾ, ਮਾਨ ਧਾਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਗੁਰੂ ਦਾ ਹੁਕਮ ਮੰਨ ਕਰਕੇ, ਮਨ ਨੂੰ ਤਨ ਨੂੰ ਧਨ ਨੂੰ ਸੌਂਪ ਕਰਕੇ ਜਿਹੜਾ ਸੇਵਾ ਕਰਦਾ ਹੈ, ਭਾਈ ਜੇਠਾ ਜੀਆਂ ਨੇ ਇਸ ਤਰ੍ਹਾਂ ਸੇਵਾ ਕੀਤੀ। ਗੁਰੂ ਰਾਮਦਾਸ ਪ੍ਰੀਤ ਦੇ ਵਿੱਚ ਭਿੱਜੇ ਨੇ ਸਾਧ ਸੰਗਤ ਜੀ, ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੇ ਪਿਆਰ, ਗੁਰ ਕਾ ਭਾਣਾ ਮੰਨ ਲਏ, ਸ਼ਬਦ ਰੱਖੈ ਉਰਤਾਰ। ਗੁਰੂ ਦੇ ਭਾਣੇ ਨੂੰ, ਹੁਕਮ ਨੂੰ ਮੰਨਦਾ ਹੈ ਔਰ ਸ਼ਬਦ ਜਿਹੜਾ ਆਪਣੇ ਹਿਰਦੇ ਦੇ ਅੰਦਰ ਵਸਾਉਂਦਾ ਹੈ, ਐਸਾ ਸੇਵਕ ਹੈ ਭਾਈ ਜੇਠਾ। ਸਾਧ ਸੰਗਤ ਆਗਿਆ ਦੇ ਵਿੱਚ ਚੱਲ ਕਰਕੇ, ਜਿਵੇਂ ਦੀ ਗੁਰੂ ਆਗਿਆ ਕਰੇ ਉਸ ਆਗਿਆ ਨੂੰ ਮੰਨ ਕਰਕੇ, ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁਖ ਨਹੀਂ ਮੋਰਿਓ। ਜਿਵੇਂ ਦੀ ਗੁਰੂ ਆਗਿਆ ਕਰਦਾ ਹੈ, ਗੁਰੂ ਹੁਕਮ ਕਰਦਾ ਹੈ, ਗੁਰੂ ਦਾ ਪਿਆਰਾ ਗੁਰਸਿੱਖ ਜਿਹੜਾ ਹੈ ਉਹ ਕਦੇ ਵਾਸਤੇ ਵੀ ਮੁਖ ਨਹੀਂ ਮੋੜਦਾ। ਜੋ ਗੁਰੂ ਹੁਕਮ ਕਰਦਾ ਹੈ ਉਸ ਆਗਿਆ ਨੂੰ ਸਤ ਕਰਕੇ ਮੰਨਦਾ ਹੈ। ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁਖ ਨਹੀਂ ਮੋਰਿਓ। ਸਹਿਜ ਆਨੰਦ ਵਸਿਓ ਗ੍ਰਹਿ ਭੀਤਰ, ਉਠ ਉਆਹੂ ਸੋ ਦੌਰਿਓ। ਸਾਧ ਸੰਗਤ ਜੀ, ਆਗਿਆ ਮੈਂ ਦੁਖ, ਆਗਿਆ ਮੈਂ ਭੂਖ, ਸੋਈ ਕਰ ਸੂਖਾ। ਸੋਗ ਹਰਖ ਨਹੀਂ ਜਾਣਿਓ, ਭਾਵੇਂ ਦੁੱਖ ਆਵੇ ਸੁੱਖ ਆਵੇ, ਭਾਵੇਂ ਖੁਸ਼ੀ ਆਵੇ ਭਾਵੇਂ ਗਮੀ ਆਵੇ। ਗੁਰੂ ਕਾ ਪਿਆਰਾ ਗੁਰਸਿੱਖ ਜਿਹੜਾ ਸੇਵਾ ਕਰਦਾ ਹੈ ਨਾ ਗੁਰੂ ਦੀ, ਉਹ ਇਹਨਾਂ ਤੋਂ ਨਿਰਲੇਪ ਰਹਿੰਦਾ ਹੈ। ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੈ ਲੈ ਮਾਨਿਓ। ਐਸਾ ਹੁਕਮ ਜਿਹੜਾ ਹੈ ਉਹ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀਆਂ ਦਾ ਮੰਨਿਆ। ਇਤਨੀ ਪ੍ਰੀਤ ਜੋੜ ਲਈ ਸਾਧ ਸੰਗਤ ਜੀ, ਤੇ ਸੇਵਾ ਵੀ ਐਸੀ। ਸਾਧ ਸੰਗਤ, ਕਈ ਵਾਰ ਦੁਨੀਆ ਦੇ ਲੋਕ ਸੇਵਾ ਕਰਨ ਨਾ, ਤੇ ਉਹਨਾਂ ਦੇ ਮਨ ਦੇ ਵਿੱਚ ਬਚਨ ਆਉਂਦਾ ਹੈ, ਇਹ ਸੇਵਾ ਕਰਨ ਨੂੰ ਚਿੱਤ ਨਹੀਂ ਸੀ ਕਰਦਾ, ਪਰ ਕਰ ਲਈ। ਉਹਨੂੰ ਗੁਰਬਾਣੀ ਦੇ ਅੰਦਰ ਮਹਾਰਾਜ ਜੀਆਂ ਨੇ ਬੱਧਾ ਚੱਟੀ ਕਿਹਾ। ਗੁਰੂ ਅੰਗਦ ਦੇਵ ਮਹਾਰਾਜ ਬਚਨ ਨੇ ਨਾ, ਸਤਿਗੁਰੂ ਜੀਆਂ ਨੇ ਕਹਿੰਦੇ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਕਹਿੰਦੇ ਨਾ ਤੇ ਬੱਧਾ ਚੱਟੀ ਦੇ ਨਾਲ ਕੀਤੀ ਸੇਵਾ ਦਾ, ਨਾ ਤੇ ਤੈਨੂੰ ਕੋਈ ਲਾਭ ਹੋਵੇਗਾ, ਤੇ ਨਾ ਇਹਦਾ ਕੋਈ ਉਪਕਾਰ ਹੈ, ਹੋਰ ਕਿਸੇ ਦਾ ਭਲਾ ਨਹੀਂ ਹੋ ਸਕਦਾ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਛੇਤੀ ਖੁਸ਼ੀ ਸਵਾਰੀਐ, ਨਾਨਕ ਕਾਰਜ ਰਾਸ। ਜੇ ਪ੍ਰਮਾਤਮਾ ਵਾਹਿਗੁਰੂ ਜੀਆਂ ਦੀ ਪ੍ਰੀਤ ਦੇ ਵਿੱਚ ਭਿੱਜ ਕਰਕੇ ਤੂੰ ਸੇਵਾ ਕਰਦਾ ਹੈ ਨਾ, ਉਹ ਕਾਰਜ ਜਿਹੜਾ ਹੈ ਸਿਰੇ ਚੜ੍ਹਦਾ ਹੈ। ਜੇਕਰ ਮਨੋ ਤਨੋ ਹੋ ਕਰਕੇ ਗੁਰੂ ਦੀ ਸੇਵਾ ਕਰਦਾ ਹੈ, ਉਹ ਕਾਰਜ ਜਿਹੜਾ ਸਿਰੇ ਚੜ੍ਹਦਾ ਹੈ। ਐਸੀ ਫਿਰ ਸੇਵਾ ਭਾਈ ਜੇਠਾ ਜੀਆਂ ਨੇ ਕੀਤੀ। ਸਾਧ ਸੰਗਤ ਜੀ, ਜੀਵਾਂ ਦੇ ਭਲੇ ਹਿੱਤ 84 ਕੱਟਣ ਦੇ ਵਾਸਤੇ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਕਿਰਪਾ ਕੀਤੀ, ਬਾਉਲੀ ਦਾ ਨਿਰਮਾਣ ਕਰਵਾਉਣਾ ਆਰੰਭ ਕੀਤਾ, ਜਿਹਦੇ ਅੰਦਰ ਸਤਿਗੁਰੂ ਜੀਆਂ ਨੇ 84 ਪੌੜੀਆਂ ਔਰ ਇਹ ਹੁਕਮ ਕੀਤਾ ਕਿ ਜਿਹੜਾ ਗੁਰਸਿੱਖ 84 ਪਾਠ ਸ੍ਰੀ ਜਪਜੀ ਸਾਹਿਬ ਜੀਆਂ ਦੇ ਹਰ ਇੱਕ ਪੌੜੀ ਦੇ ਉੱਪਰ ਕਰਕੇ ਹਰ ਵਾਰ ਇਸ਼ਨਾਨ ਕਰੇਗਾ ਨਾ, ਉਹਦੀ 84 ਜਿਹੜੀ ਉਹ ਕੱਟੀ ਜਾਵੇਗੀ, ਉਹ ਜਨਮ ਮਰਨ ਤੋਂ ਰਹਿਤ ਹੋ ਜਾਵੇਗਾ। ਪਰ ਪ੍ਰੇਮ ਦੇ ਵਿੱਚ ਭੇਜ ਕਰਕੇ, ਸ਼ਰਧਾ ਦੇ ਵਿੱਚ ਭੇਜ ਕਰਕੇ, ਗੁਰੂ ਦੇ ਨਾਲ ਪ੍ਰੀਤ ਪਾ ਕਰਕੇ, ਜਦੋਂ ਗੁਰੂ ਕਾ ਸਿੱਖ ਪਰਮਾਤਮਾ ਨੂੰ ਯਾਦ ਕਰਦਾ ਹੈ। ਸਾਧ ਸੰਗਤ ਜੀ, ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਬਾਉਲੀ ਦੀ ਖੁਦਾਈ ਪ੍ਰਬੰਧ ਆਰੰਭ ਕੀਤੀ, ਔਰ ਭਾਈ ਜੇਠਾ ਜੀ ਉਸ ਬਾਉਲੀ ਦੇ ਵਿੱਚੋਂ ਮਿੱਟੀ ਦੇ ਨਾਲ ਭਰ ਕਰਕੇ ਟੋਕਰੀਆਂ ਢੋਂਦੇ ਨੇ। ਸਾਧ ਸੰਗਤ, ਸਾਡੇ ਕੋਲ ਸਿਰਫ ਸਤਿਗੁਰੂ ਜੀਆਂ ਦੇ 3 ਕੀ ਇਤਿਹਾਸਕ ਫਰਮਾਨ ਨੇ ਨਾ, ਕਿ ਸਤਿਗੁਰੂ ਜੀਆਂ ਨੇ ਥੜੇ ਬਣਾਉਣ ਦੀ ਪਰਖ ਕੀਤੀ ਤੇ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਟੋਕਰੀ ਢੋਈ। ਸਾਧ ਸੰਗਤ, ਇਹੀ 2-3 ਪ੍ਰਮਾਣ ਨੇ, ਪਰ ਦੇਖੋ 22 ਸਾਲ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਕੀਤੀ, ਪਰ ਸਾਡੇ ਕੋਲ 22 ਸਾਲਾਂ ਦਾ ਇਤਿਹਾਸ ਨਹੀਂ, ਕੇਵਲ ਥੋੜਾ ਬਹੁਤਾ ਇਤਿਹਾਸ ਹੈ। ਸਤਿਗੁਰੂ ਜੀਆਂ ਦੀ ਵਡਿਆਈ ਹੈ, ਪਰ 22 ਸਾਲਾਂ ਦੇ ਅੰਦਰ ਕਿਤਨੇ ਕੌਤਕ ਜਿਹੜੇ ਨੇ ਉਹ ਸਤਿਗੁਰੂ ਜੀਆਂ ਨੇ ਵਰਤਾਏ ਹੋਣਗੇ। ਕਿਤਨੀ ਕਿਰਪਾ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਉੱਪਰ ਵਰਤੀ ਹੋਵੇਗੀ। ਸਾਧ ਸੰਗਤ, ਟੋਕਰੀ ਢਾਉਂਦੇ ਨੇ ਮਿੱਟੀ ਦੇ ਨਾਲ ਭਰ ਕਰਕੇ। ਇੱਥੋਂ ਫਿਰ ਜਦੋਂ
ਸਤਿਗੁਰੂ ਜੀਆਂ ਨੂੰ ਟੋਕਰੀ ਢਾਉਂਦੇ ਨੇ ਨਾ, ਗੁਰੂ ਸਾਹਿਬ ਜੀ ਪ੍ਰਸੰਨ ਹੋਏ। ਮਾਤਾ ਮਨਸਾ ਦੇਵੀ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਨੂੰ ਬਚਨ ਕਰ ਰਹੀ ਹੈ, ਉਧਰ ਸਤਿਗੁਰੂ ਗੁਰੂ ਰਾਮਦਾਸ ਜੀ ਸਿਰ ਦੇ ਉੱਪਰ ਟੋਕਰੀ ਚੱਕੀ ਹੈ ਮਿੱਟੀ ਦੇ ਨਾਲ ਭਰੀ, ਔਰ ਮਾਤਾ ਮਨਸਾ ਦੇਵੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਚਨ ਕਰਦੀ ਹੈ, ਸਤਿਗੁਰੂ ਜੀ ਆਪ ਜੀ ਭਾਨੀ ਵਾਸਤੇ ਵਰ ਜਿਹੜਾ ਹੈ ਉਹ ਲੋੜੀਂਦਾ ਕਰੋ। ਹੁਣ ਉਮਰਾ ਹੈ ਔਰ ਵਰ ਜਿਹੜਾ ਲੱਭਣਾ ਚਾਹੀਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਇਹ ਰਮਜ ਸੀ ਸਤਿਗੁਰੂ ਜੀਆਂ ਦੀ। ਜਦੋਂ ਪੁੱਛਿਆ ਕੈਸਾ ਵਰ ਚਾਹੀਦਾ ਹੈ, ਤੇ ਮਾਤਾ ਮਨਸਾ ਦੇਵੀ ਜੀ ਕਹਿਣ ਲੱਗੇ ਇਸ ਭਾਈ ਜੇਠੇ ਵਰਗਾ ਵਰ ਚਾਹੀਦਾ ਹੈ, ਕਿਉਂਕਿ ਮਹਾਰਾਜ ਜੀ ਬੜੇ ਸੁੰਦਰ ਸਨ। ਬੜਾ ਸੋਹਣਾ ਦਾੜਾ ਜਿਹੜਾ ਸੀ ਉਹ ਮੁੱਖ ਦੇ ਉੱਪਰ ਪ੍ਰਕਾਸ਼ ਔਰ ਪ੍ਰਤਾਪ ਇਤਨਾ ਕੋ ਜ਼ਿਆਦਾ ਸੇਵਾ ਕਰਕੇ ਵੱਧ ਚੁੱਕਿਆ ਸੀ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਸ ਵਰਗਾ ਨਾ ਕੋਈ ਹੋ ਸਕਦਾ ਹੈ ਤੇ ਨਾ ਕੋਈ ਹੋਵੇਗਾ, ਇਸ ਵਰਗਾ ਕੇਵਲ ਇਹੀ ਹੈ, ਇਸ ਵਰਗਾ ਕੇਵਲ ਇਹੀ ਹੈ। ਤੇ ਜਦੋਂ ਇਹ ਬਚਨ ਕੀਤੇ, ਫਿਰ ਇੱਥੇ ਗੋਇੰਦਵਾਲ ਸਾਹਿਬ ਜੀਆਂ ਦੀ ਧਰਤੀ ਦੇ ਉੱਪਰ ਵਿਵਾਹ ਜਿਹੜਾ ਹੈ ਉਹ ਮਾਤਾ ਭਾਨੀ ਜੀ ਦਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਕਰਵਾਇਆ। ਸਾਧ ਸੰਗਤ ਜੀ, ਸਹੁਰੇ ਘਰ ਦੇ ਅੰਦਰ ਰਹਿਣਾ ਔਰ ਆਉਣਾ ਬੜਾ ਫਰਕ ਹੁੰਦਾ ਹੈ, ਪਰ ਗੁਰੂ ਰਾਮਦਾਸ ਜੀ ਮਹਾਰਾਜ ਸਹੁਰੇ ਘਰ ਦੇ ਵਿੱਚ ਹੀ ਰਹਿੰਦੇ ਨੇ, ਪਰ ਜਿਤਨਾ ਪ੍ਰੇਮ ਪਹਿਲਾਂ ਸੀ ਨਾ, ਜਿਤਨਾ ਪ੍ਰੇਮ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਲ ਪਹਿਲਾਂ ਸੀ, ਉਤਨੋਂ ਦੂਣਾ ਪ੍ਰੇਮ ਜਿਹੜਾ ਹੈ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਨਾਲ ਵੱਧ ਗਿਆ। ਸਾਧ ਸੰਗਤ ਜੀ, ਇੱਥੇ ਭਾਈ ਰਾਮਾ ਜੀ ਵੀ ਸੇਵਾ ਕਰਦੇ ਨੇ, ਪਰ ਉਤਨੀ ਸੇਵਾ ਜਿਤਨੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਰ ਗਏ ਔਰ ਜਿਤਨੀ ਬਖਸ਼ਿਸ਼ ਸਤਿਗੁਰੂ ਜੀਆਂ ਉੱਪਰ ਹੋ ਗਈ। ਸਾਧ ਸੰਗਤ, ਇੱਥੇ ਜਦੋਂ ਸੋਢੀ ਕੁਲ ਦੇ ਵੱਡੇ ਵਡੇਰਿਆਂ ਨੂੰ ਪਤਾ ਲੱਗਾ ਨਾ ਕਿ ਭਾਈ ਹਰਦਾਸ ਦਾ ਪੁੱਤਰ ਜਿਹੜਾ ਹੈ ਉਹ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਘਰ ਦਾ ਜਵਾਈ ਬਣਿਆ ਹੈ, ਫਿਰ ਜਦੋਂ ਉਹ ਇੱਥੇ ਗੋਇੰਦਵਾਲ ਸਾਹਿਬ ਜੀਆਂ ਦੀ ਧਰਤੀ ਦੇ ਕੁਝ ਲੋਕ ਆਏ, ਉਹਨਾਂ ਦੇ ਵਿੱਚ ਬਜ਼ੁਰਗ ਜਵਾਨ ਸਨ। ਜਦੋਂ ਕਹਿੰਦੇ ਚਲੋ ਚੱਲ ਕਰਕੇ ਦੇਖੀਏ, ਪਹਿਲਾਂ ਤੇ ਅਨਾਥ ਸੀ ਤੇ ਹੁਣ ਤੇ ਜਵਾਈ ਬਣਿਆ ਗੁਰੂ ਘਰ ਦਾ, ਜਾ ਕਰਕੇ ਦੇਖੀਏ ਤੇ ਸਹੀ ਕਿ ਕਿਤਨਾ ਕੋ ਉਹਦੇ ਅੰਦਰ ਅੰਤਰ ਆਇਆ ਹੈ ਜਾਂ ਕਿਤਨੀ ਉਹਦੀ ਸੋਭਾ ਹੋ ਰਹੀ ਹੈ। ਉਹਦੀਆਂ ਤੇ ਬੜੀਆਂ ਹਵੇਲੀਆਂ ਫਿਰ ਬਣੀਆਂ ਹੋਣ ਗਈਆਂ। ਸਾਧ ਸੰਗਤ, ਜਦੋਂ ਸੋਢੀ ਕੁਲ ਦੇ ਕੁਝ ਬਜ਼ੁਰਗ ਔਰ ਜਵਾਨ ਆਏ ਨਾ, ਉਹ ਗੋਇੰਦਵਾਲ ਸਾਹਿਬ ਜੀਆਂ ਦੀ ਧਰਤੀ ਉੱਪਰ ਸਤਿਗੁਰੂ ਜੀਆਂ ਦੇ ਸਿਰ ਦੇ ਉੱਪਰ ਟੋਕਰੀ ਹੈ ਮਿੱਟੀ ਦੇ ਨਾਲ ਭਰੀ, ਔਰ ਸਤਿਗੁਰੂ ਜੀ ਜਦੋਂ ਉਹਨਾਂ ਨੂੰ ਦੇਖਿਆ, ਟੋਕਰੀ ਸੁੱਟੀ ਔਰ ਜਾ ਕਰਕੇ ਨਮਸਕਾਰ ਕੀਤੀ ਕਿ ਸਾਡੇ ਵੱਡੇ ਵਡੇਰੇ ਪੁਰਖੇ ਸਨ, ਜਿਨ੍ਹਾਂ ਨੇ ਪਹਿਲਾਂ ਇਨਕਾਰ ਕਰ ਦਿੱਤਾ, ਨਾ ਰੱਖਿਆ, ਨਾ ਸਾਂਭਿਆ, ਨਾ ਪਰਵਰਿਸ਼ ਕੀਤੀ, ਜਿਨ੍ਹਾਂ ਦੀ ਜ਼ਿੰਮੇਵਾਰੀ ਸੀ, ਹੁਣ ਅੱਜ ਆਏ ਨੇ ਦੇਖਣ ਵਾਸਤੇ। ਪਰ ਸਾਧ ਸੰਗਤ, ਜਦੋਂ ਭਾਈ ਜੇਠੇ ਨੂੰ ਉਹਨਾਂ ਤੱਕਿਆ, ਦੇਖਿਆ, ਨੇਤਰ ਲਾਲ ਹੋ ਗਏ, ਗੁੱਸਾ ਆਇਆ ਕਿ ਤੂੰ ਤਾਂ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਘਰ ਦਾ ਜਵਾਈ ਬਣਿਆ ਸੀ, ਪਰ ਤੂੰ ਤਾਂ ਸਾਡੀ ਕੁਲ ਨੂੰ ਦਾਗ ਲਾ ਦਿੱਤਾ ਹੈ, ਤੂੰ ਮਿੱਟੀ ਦੀ ਟੋਕਰੀ ਢਾਉਂਦਾ ਪਿਆ। ਬਜ਼ੁਰਗ ਨੇ ਬਾਂਹ ਫੜੀ ਬੜੀ ਕਸ ਕਰਕੇ ਔਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਕੋਲ ਚਲੇ ਗਏ। ਜਾ ਕਰਕੇ ਕਹਿਣ ਲੱਗੇ, ਗੁਰੂ ਸਾਹਿਬ ਇਹ ਤੁਸੀਂ ਕੀ ਕਰ ਰਹੇ ਹੋ? ਤੁਸੀਂ ਸਾਡੀ ਕੁਲ ਨੂੰ ਦਾਗ ਲਵਾ ਦਿੱਤਾ ਹੈ, ਇਹ ਸਾਡੀ ਕੁਲ ਦੇ ਵਿੱਚ ਜੰਮਦਾ ਹੀ ਨਾ। ਸਾਧ ਸੰਗਤ, ਐਸੇ ਬਚਨ ਜਿਹੜੇ ਬਚਨਾਂ ਨੂੰ ਸੁਣਾ ਕਰਕੇ ਜਾਂ ਸੁਣ ਕਰਕੇ ਮਨ ਦੇ ਵਿੱਚ ਬੜਾ ਵੈਰਾਗ ਆਉਂਦਾ ਹੈ ਕਿ ਸੱਚੇ ਪਾਤਸ਼ਾਹ ਵਾਸਤੇ ਇਤਨੇ ਮੰਦੇ ਸ਼ਬਦ ਜਿਹੜੇ ਬੋਲੇ। ਕਹਿਣ ਲੱਗੇ ਤੁਸੀਂ ਸਾਡੀ ਕੁਲ ਨੂੰ ਦਾਗ ਲਾਇਆ ਹੈ, ਸਾਡੀ ਕੁਲ ਦੇ ਵਿੱਚ ਇਹ ਨਾ ਹੀ ਜੰਮਦਾ ਤਾਂ ਚੰਗਾ ਸੀ, ਇਹਨੇ ਸਾਡੀ ਕੁਲ ਨੂੰ ਲਾਜ ਲਾ ਦਿੱਤੀ। ਜਦੋਂ ਮਹਾਰਾਜ ਜੀਆਂ ਨੇ ਪੁੱਛਿਆ ਕੀ ਗੱਲ ਹੋਈ, ਤਾਂ ਕਹਿਣ ਲੱਗੇ ਤੁਹਾਨੂੰ ਨਹੀਂ ਪਤਾ, ਤੁਹਾਡੇ ਘਰ ਦਾ ਜਵਾਈ ਹੈ, ਤੁਸੀਂ ਆਪ ਇਹਨੂੰ ਜਵਾਈ ਬਣਾ ਕਰਕੇ ਤੇ ਹੁਣ ਮਿੱਟੀ ਦੀਆਂ ਟੋਕਰੀਆਂ ਢਵਾਉਂਦੇ ਹੋ। ਜਦੋਂ ਇਤਨੇ ਬਚਨ ਕੀਤੇ, ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਕਿਹੜੀ ਮਿੱਟੀ ਦੀ ਟੋਕਰੀ? ਕੋਈ ਮਿੱਟੀ ਦੀ ਟੋਕਰੀ ਨਹੀਂ। ਕਹਿਣ ਲੱਗੇ ਸਤਿਗੁਰੂ ਜੀ ਕਿਉਂ? ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ। ਦੇਖੋ ਭਾਈ ਜੇਠੇ ਦਾ ਬਦਨ ਸਰੀਰ ਜਿਹੜਾ ਹੈ ਨਾ, ਉਹ ਮਿੱਟੀ ਦੇ ਨਾਲ ਅਜੇ ਵੀ ਭਰਿਆ ਹੋਇਆ। ਗੁਰੂ ਅਮਰਦਾਸ ਸਾਹਿਬ ਜੀ ਪ੍ਰੇਮ ਦੇ ਵਿੱਚ ਤਰੁੱਠੇ, ਕਹਿੰਦੇ ਉਹ ਭਲੇ ਲੋਕੋ, ਇਹ ਤੁਹਾਡੀਆਂ ਅੱਖਾਂ ਨਹੀਂ ਦੇਖਣ ਵਾਲੀਆਂ, ਇਹ ਮਿੱਟੀ ਦੀ ਟੋਕਰੀ ਨਾ ਇਹਨੂੰ ਜਾਣਿਓ, ਇਹ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਘਰ ਦਾ ਛਤਰ ਜਿਹੜਾ ਹੈ ਭਾਈ ਜੇਠੇ ਦੇ ਸੀਸ ਉੱਪਰ ਝੁਲ ਰਿਹਾ ਹੈ। ਸਾਧ ਸੰਗਤ ਜੀ,
ਜਦੋਂ ਇਤਨੇ ਬਚਨ ਕੀਤੇ ਉਹ ਗੁੱਸੇ ਦੇ ਨਾਲ ਸੋਢੀ ਕੁਲ ਦੇ ਵਾਪਸ ਚਲੇ ਗਏ। ਪਰ ਇੱਥੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਭਾਈ ਜੇਠਾ ਜੀ, ਗੁਰੂ ਅਮਰਦਾਸ ਸਾਹਿਬ ਜੀਆਂ ਦੇ ਚਰਨਾਂ ਦੇ ਉੱਪਰ ਟਹਿ ਪਏ। ਸਤਿਗੁਰੂ ਜੀ, ਇਹ ਅਣਜਾਣ ਲੋਕ ਨੇ, ਤੁਹਾਡੀ ਸੇਵਾ ਜਾਂ ਤੁਹਾਨੂੰ ਇਹ ਸਮਝ ਨਹੀਂ ਸਕਦੇ। ਇਹਨਾਂ ਨੂੰ ਸਾਧ ਸੰਗਤ ਜੀ ਕੋਈ ਇਹ ਬਚਨ ਕੀਤਾ ਫਿਰ ਭਾਈ ਜੇਠਾ ਨੇ ਕਿ ਕੋਈ ਸ਼ਬਦ ਜਿਹੜਾ ਹੈ ਉਹ ਨਾ ਬੋਲਿਓ, ਇਹਨਾਂ ਨੂੰ ਮੁਆਫ ਕਰਿਓ, ਮੈਂ ਇਹਨਾਂ ਦੀ ਮੁਆਫੀ ਤੁਹਾਡੇ ਕੋਲੋਂ ਮੰਗਦਾ। ਜਦੋਂ ਇਤਨੇ ਬਚਨ ਕੀਤੇ ਤੇ ਸਾਧ ਸੰਗਤ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਹੈ ਨਾ, ਅਬ ਹਮ ਚਲੀ ਠਾकुर ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਸਾਧ ਸੰਗਤ ਗੁਰੂ ਸਾਹਿਬ ਜੀ ਕਹਿੰਦੇ ਮੈਂ ਤੇ ਹਾਰ ਕਰਕੇ ਤੁਹਾਡੇ ਦੁਆਰੇ ਦੇ ਉੱਪਰ ਆ ਗਿਆ, ਹੁਣ ਭਾਵੇਂ ਮੈਨੂੰ ਰੱਖ ਲੇਵੋ ਭਾਵੇਂ ਮਾਰ ਦੇਵੋ, ਇਹ ਤੁਹਾਡੇ ਦੇ ਹੱਥ ਦੇ ਵਿੱਚ ਹੈ। ਅਬ ਹਮ ਚਲੀ ਠਾकुर ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਤੇ ਮਹਾਰਾਜ ਕਹਿੰਦੇ ਲੋਕਣ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਕਹਿਣ ਲੱਗੇ ਲੋਕਾਂ ਦੀਆਂ ਚਤੁਰਾਈਆਂ ਉਪਮਾ ਵਡਿਆਈਆਂ ਚਲਾਕੀਆਂ ਜਿਹੜੀਆਂ ਨੇ ਅਸੀਂ ਤੇ ਇਹਨਾਂ ਨੂੰ ਅੱਗ ਦੇ ਵਿੱਚ ਸਾੜ ਦਿੱਤਾ। ਲੋਕਣ ਕੀ ਚਤੁਰਾਈ ਉਪਮਾ ਤੇ ਬਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਸਤਿਗੁਰੂ ਮੈਂ ਤੇ ਤੈਨੂੰ ਸਮਰਪਿਤ ਹੋ ਗਿਆ, ਕੋਈ ਭਾਵੇਂ ਮੈਨੂੰ ਭਲਾ ਕਵੇ ਭਾਵੇਂ ਬੁਰਾ ਕਵੇ, ਭਾਵੇਂ ਮੇਰੀ ਨਿੰਦਿਆ ਕਰੇ। ਸਾਧ ਸੰਗਤ ਜੀ, ਗੁਰੂ ਕਾ ਸਿੱਖ ਕਦੇ ਵਾਸਤੇ ਵੀ ਗੁਰੂ ਦਾ ਦਰ ਨਹੀਂ ਛੱਡਦਾ। ਜਿਹੜਾ ਸੇਵਕ ਬਣ ਜਾਂਦਾ ਹੈ ਨਾ, ਉਹ ਭਾਵੇਂ ਲੋਕ ਉਹਦੀ ਨਿੰਦਿਆ ਵੀ ਕਰਨ, ਜੇ ਉਹ ਗੁਰੂ ਦੇ ਪ੍ਰੇਮ ਦੇ ਵਿੱਚ ਭਿੱਜਾ ਹੈ ਉਹ ਕਦੇ ਵਾਸਤੇ ਦਰ ਨਹੀਂ ਛੱਡਦਾ। ਸਾਧ ਸੰਗਤ ਜੀ, ਇੱਥੇ ਫਿਰ ਮਹਾਰਾਜ ਜੀ ਜਿਵੇਂ ਇਹ ਬਚਨ ਕਰਦੇ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਐਸੇ ਗੁਰੂ ਕੇ ਸਿੱਖ ਦੀ ਅਵਸਥਾ ਹੈ ਸਾਧ ਸੰਗਤ ਜੀ, ਉਹ ਆਪਣੇ ਆਪ ਨੂੰ ਸਾੜ ਦਿੰਦਾ ਹੈ। ਸਾਧ ਸੰਗਤ ਫਿਰ ਮੈਂ ਸੰਖੇਪ ਦੇ ਰੂਪ ਕਰਾਂ ਕਿ ਦਾਸ ਸੰਗਤ ਜੀ, ਫਿਰ ਅਖੀਰਲੀ ਪਰਖ ਜਦੋਂ ਪਰਖਣੀ ਕੀਤੀ ਨਾ ਗੁਰੂ ਅਮਰਦਾਸ ਜੀਆਂ ਨੇ, ਬਾਉਲੀ ਦੇ ਸਾਹਮਣੇ ਕਹਿਣ ਲੱਗੇ ਭਾਈ ਰਾਮਾ ਜੀਆਂ ਨੂੰ, ਆਪਣੇ ਜਵਾਈ ਨੂੰ, ਔਰ ਭਾਈ ਜੇਠਾ ਜੀਆਂ ਨੂੰ ਕਹਿਣ ਲੱਗੇ ਇੱਥੇ ਤੁਸੀਂ ਥੜੇ ਬਣਾਉਣਾ ਕਰੋ, ਇੱਥੇ ਸਾਡੀ ਜਿਵੇਂ ਅਸੀਂ ਦੱਸਾਂਗੇ ਤੁਸੀਂ ਉੱਦਾਂ ਦੇ ਥੜੇ ਬਣਾਉਣੇ ਨੇ, ਇੰਨੀ ਲੰਬਾਈ ਇੰਨੀ ਉਚਾਈ, ਇਸ ਤਰੀਕੇ ਦੇ ਨਾਲ ਥੜੇ ਬਣਾਵੋ। ਸਾਧ ਸੰਗਤ ਦੋਨਾਂ ਨੇ ਥੜੇ ਬਣਾਏ। ਜਦੋਂ ਸਵੇਰੇ ਸਤਿਗੁਰੂ ਜੀ ਅਗਲੇ ਦਿਨ ਆਏ ਨਾ, ਤੇ ਗੁਰੂ ਅਮਰਦਾਸ ਮਹਾਰਾਜ ਜੀ ਆਣ ਕਰਕੇ ਕਹਿਣ ਲੱਗੇ ਇਹ ਥੜੇ ਜਿਹੜੇ ਨੇ ਇਹ ਠੀਕ ਨਹੀਂ ਬਣੇ, ਇਹਨਾਂ ਨੂੰ ਢਾਹ ਦਿਓ ਤੇ ਫਿਰ ਇਸ ਤਰੀਕੇ ਦੇ ਨਾਲ ਬਣਾਵੋ। ਗੁਰੂ ਰਾਮਦਾਸ ਮਹਾਰਾਜ ਜੀ, ਭਾਈ ਰਾਮਾ ਜੀ ਫਿਰ ਉਸ ਤਰ੍ਹਾਂ ਸਾਧ ਸੰਗਤ ਜੀ ਥੜੇ ਢਾਹ ਦਿੰਦੇ। ਦੂਜੇ ਦਿਨ ਫਿਰ ਥੜੇ ਬਣਾਏ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਆਏ, ਫਿਰ ਸਤਿਗੁਰੂ ਜੀਆਂ ਨੇ ਕਿਹਾ ਇਹ ਥੜੇ ਠੀਕ ਨਹੀਂ ਬਣੇ। ਸਾਧ ਸੰਗਤ ਗੁਰੂ ਕਾ ਸਿੱਖ ਜਿਹੜਾ ਹੈ ਨਾ, ਜਾਂ ਗੁਰੂ ਕਾ ਸੇਵਕ ਜਿਹੜਾ, ਉਹਦੀ ਕਈ ਵਾਰੀ ਗੁਰੂ ਪਰਖ ਵੀ ਕਰਦਾ ਹੈ, ਉਹਨੂੰ ਕਈ ਵਾਰੀ ਚੋਟ ਵੀ ਦਿੰਦਾ ਹੈ। ਤੈਸੇ ਗੁਰਸਿੱਖ ਕੋ ਦਿਖਾਏ ਕੈ ਬ੍ਰਿਥਾ ਅਨੇਕ, ਮਾਇਆ ਮਲ ਕਾਟ ਕਰੇ ਨਿਜ ਪਦ ਚੀਨ ਕੋ। ਭਾਈ ਗੁਰਦਾਸ ਜੀ ਇਹ ਬਚਨ ਵਰਤਦੇ। ਸਾਧ ਸੰਗਤ ਤੀਜਾ ਦਿਨ ਹੋਇਆ ਤੇ ਫਿਰ ਥੜੇ ਬਣਾਏ ਦੋਨਾਂ ਜਵਾਈਆਂ ਨੇ, ਪਰ ਉਹ ਥੜੇ ਸਤਿਗੁਰੂ ਜੀਆਂ ਦੇ ਪਸੰਦ ਨਾ ਆਏ। ਔਰ ਚੌਥੇ ਦਿਨ ਭਾਈ ਰਾਮਾ ਜੀ ਕਹਿਣ ਲੱਗੇ ਸਤਿਗੁਰੂ ਮੇਰੇ ਕੋਲ ਹੁਣ ਥੜਾ ਨਹੀਂ ਬਣਨਾ, ਮੈਂ ਹੁਣ ਥੜਾ ਬਣਾਉਣ ਨਹੀਂ ਆਵਾਂਗਾ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਤੁਹਾਡੀ ਆਰਬਲਾ ਬਿਰਧ ਹੈ, ਬਹੁਤ ਹੋ ਚੁੱਕੀ ਹੈ, ਇਹ ਤੁਸੀਂ ਸਵੇਰੇ ਜੋ ਦੱਸਦੇ ਹੋ ਨਾ ਉਹ ਭੁੱਲ ਜਾਂਦੇ ਹੋ। ਮੈਂ ਤੇ ਉਸੇ ਤਰ੍ਹਾਂ ਥੜੇ ਬਣਾਉਣਾ ਜਿਵੇਂ ਤੁਸੀਂ ਦੱਸਦੇ ਹੋ, ਪਰ ਤੁਸੀਂ ਬਿਰਧ ਹੋ ਚੁੱਕੇ ਹੋ, ਆਪਣੀ ਕਹੀ ਗੱਲ ਨੂੰ ਭੁੱਲ ਜਾਂਦੇ ਹੋ। ਸਾਧ ਸੰਗਤ ਇਹਨੇ ਬਚਨ ਕਹੇ। ਭਾਈ ਰਾਮਾ ਜੀ ਤੇ ਨਾ ਆਏ, ਪਰ ਭਾਈ ਜੇਠਾ ਜੀ ਪ੍ਰੇਮ ਦੇ ਵਿੱਚ ਭੇਜੇ ਸਨ। ਇਤਿਹਾਸ ਦੇ ਅੰਦਰ ਆਉਂਦਾ ਹੈ 7 ਦਿਨ ਇਸੇ ਤਰ੍ਹਾਂ ਮਹਾਰਾਜ ਰੋਜ਼ ਥੜਾ ਬਣਾਉਂਦੇ, ਰੋਜ਼ ਢਹਾਉਂਦੇ। ਅੱਜ 7ਵੇਂ ਦਿਨ ਆਣ ਕਰਕੇ ਭਾਈ ਜੇਠਾ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਣੀ ਡਿੱਗ ਪਏ। ਕਹਿਣ ਲੱਗੇ ਸਤਿਗੁਰੂ ਜੀ ਹੁਣ ਮੇਰੇ ਕੋਲੋਂ ਵੀ ਥੜਾ ਨਹੀਂ ਬਣਨਾ। ਸਾਧ ਸੰਗਤ ਦੇਖਿਓ ਫਰਕ ਕਿਤਨਾ ਹੈ। ਮਹਾਰਾਜ ਕਹਿੰਦੇ ਕਿਉਂ ਭਾਈ ਜੇਠੇ, ਕਿਉਂ ਰਾਮਦਾਸ ਜੀ ਤੁਹਾਡੇ ਕੋਲੋਂ ਥੜਾ ਨਹੀਂ ਬਣਨਾ? ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਪ੍ਰੇਮ ਦੇ ਵਿੱਚ ਭਿੱਜ ਗਏ। ਕਹਿੰਦੇ ਸਤਿਗੁਰੂ ਜੀ ਤੁਸੀਂ ਜੋ ਸਵੇਰੇ ਦੱਸ ਕਰਕੇ ਜਾਂਦੇ ਹੋ ਨਾ, ਮੈਂ ਬੇਸਮਝ ਮੂਰਖ ਹਾਂ, ਅਣਜਾਣ ਹਾਂ,
मैं भुल जाना सतगुरु जी, तुसी हर रोज़ दसदे हो, मैं हर रोज़ भुलदा है। पर साध संगत जी एक उस्ताद है ना, ਉਹ ਜੇਕਰ ਹਰ ਰੋਜ਼ ਬੱਚੇ ਨੂੰ ਕੋਈ ਗੱਲ ਸਿਖਾਵੇ, ਉਹਨੂੰ ਨਾ ਆਵੇ, ਫਿਰ ਉਹ ਲਾਠੀ ਵੀ ਪਕੜ ਲੈਂਦਾ। ਪਰ ਮਹਾਰਾਜ ਪ੍ਰੇਮ ਦੇ ਵਿੱਚ ਇੰਨੇ ਭਿੱਜੇ ਨੇ ਤੇ ਕਹਿਣ ਲੱਗੇ ਤੁਸੀਂ ਹਰ ਰੋਜ਼ ਦੱਸਦੇ ਹੋ, ਮੈਂ ਭੁੱਲ ਜਾਣਾ। ਸਤਿਗੁਰੂ ਜਿੰਨਾ ਤੱਕ ਤੁਸੀਂ ਨਾ ਚਾਹੋ ਕਿਸੇ ਅੰਦਰ ਤਾਕਤ ਨਹੀਂ ਇਹ ਥੜੇ ਜਿਹੜੇ ਨੇ ਉਹ ਬਣ ਸਕਣ। ਜਦੋਂ ਇਤਨੇ ਬਚਨ ਕੀਤੇ ਪ੍ਰੇਮ ਦੇ ਵਿੱਚ ਭਿੱਜ ਕਰਕੇ ਤੇ ਸਤਿਗੁਰੂ ਜੀਆਂ ਨੇ ਘੁੱਟ ਕਰਕੇ ਛਾਤੀ ਦੇ ਨਾਲ ਲਾ ਲਿਆ। ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਨੂੰ ਛਾਤੀ ਦੇ ਨਾਲ ਲਾਇਆ। ਔਰ ਹੁਣ ਸਾਧ ਸੰਗਤ ਜੀ ਕਸਵੱਟੀ ਜਿਹੜੀ ਪੂਰੀ ਹੋਈ। ਬਾਬੇ ਬਿਰਧ ਨੂੰ ਅੱਜ ਆਵਾਜ਼ ਮਾਰੀ ਹੈ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ। ਕਹਿਣ ਲੱਗੇ ਬਾਬਾ ਬਿਰਧ ਜੀ ਭਾਈ ਜੇਠੇ ਨੂੰ ਇਸ਼ਨਾਨ ਕਰਾਵੋ, ਸੋਹਣੇ ਸੁੰਦਰ ਬਸਤਰ ਪਹਿਨਾਵੋ। ਜਦੋਂ ਬਾਬੇ ਬਿਰਧ ਨੇ ਇਹ ਸੁਣਿਆ ਨਾ, ਹੁਣ ਪਤਾ ਲੱਗ ਚੁੱਕਾ ਹੈ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਕਿ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਦੀ ਜੋਤ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੀ ਜੋਤ ਹੁਣ ਜਿਹੜੀ ਹੈ ਉਹ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਹਿਰਦੇ ਵਿੱਚ ਅੱਜ ਟਿਕੇਗੀ। ਜਦੋਂ ਇਹ ਬਚਨ ਕੀਤੇ ਸਾਧ ਸੰਗਤ ਜੀ ਪ੍ਰਤੱਖ ਅਜੇ ਸਤਿਗੁਰੂ ਜੀ ਸੰਸਾਰ ਦੇ ਅੰਦਰ ਦੁਨੀਆ ਨੂੰ ਤਾਰ ਰਹੇ ਨੇ। 94 ਸਾਲ ਦੀ ਆਰਬਲਾ ਜਿਹੜੀ ਹੈ ਨਾ ਉਹ ਸਤਿਗੁਰੂ ਜੀਆਂ ਦੀ ਹੋ ਗਈ ਹੈ। ਸਾਧ ਸੰਗਤ ਜੀ ਪ੍ਰਤੱਖ ਰੂਪ ਦੇ ਅੰਦਰ ਜਿਵੇਂ ਬਾਬਾ ਸੁੰਦਰ ਜੀਆਂ ਨੇ ਬੜਾ ਸੋਹਣਾ ਜ਼ਿਕਰ ਕੀਤਾ ਹੈ ਨਾ, ਸਤਿਗੁਰ ਪ੍ਰਤੱਖ ਹੋਦਾ ਹੈ ਬਹਿਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ, ਰਾਮਦਾਸ ਪੈਰੀ ਪਾਇਆ। ਅਜੇ ਸਤਿਗੁਰੂ ਜੀ ਪ੍ਰਤੱਖ ਨੇ ਤੇ ਸਤਿਗੁਰੂ ਜੀਆਂ ਨੇ ਸਾਰਿਆਂ ਨੂੰ ਹੁਕਮ ਕੀਤਾ ਹੈ ਕਿ ਭਾਈ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਸੀਸ ਝੁਕਾਵੋ। ਜਿਹੜੇ ਮੇਰੇ ਸਕੇ ਸੰਬੰਧੀ ਮੇਰੇ ਮਿੱਤਰ ਸੱਜਣ ਸਿੱਖ ਸੇਵਕ ਨੇ ਨਾ, ਉਹ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਪਾਸ ਸੀਸ ਝੁਕਾਵੋ। ਸਾਧ ਸੰਗਤ ਜੀ ਬਾਬਾ ਸੁੰਦਰ ਜੀ ਫਿਰ ਬਚਨ ਕਰਦੇ ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਫਿਰ ਸਤਿਗੁਰੂ ਜੀਆਂ ਨੇ ਇਹ ਗੁਰਤਾ ਗੱਦੀ ਦਾ ਤਿਲਕ ਜਿਹੜਾ ਬਾਬਾ ਬੁੱਢਾ ਸਾਹਿਬ ਜੀਆਂ ਪਾਸੋਂ ਲਗਵਾਇਆ। 5 ਪ੍ਰਕਰਮਾ 5 ਪੈਸੇ ਨਾਰੀਅਲ ਰੱਖ ਕਰਕੇ ਸਤਿਗੁਰੂ ਜੀਆਂ ਨੇ ਆਪਣੀ ਜੋਤ ਜਿਹੜੀ ਹੈ ਨਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਪਾਸ ਔਰ ਹਿਰਦੇ ਅੰਦਰ ਟਿਕਾ ਦਿੱਤੀ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਸਾਧ ਸੰਗਤ ਜੀ ਫਿਰ ਗੁਰਮੁਖ ਹਰ ਬੋਲਿਆ, ਗੁਰ ਸਿੱਖਾਂ ਮਨ ਲਈ ਰਜਾਏ ਜੀਓ। ਮੋਹਰੀ ਪੁੱਤ ਸਨਮੁਖ ਹੋਏ, ਰਾਮਦਾਸ ਪੈਰੀ ਪਾਏ ਜੀਓ। ਸਭ ਪਵੈ ਪੈਰੀ ਸਤਿਗੁਰੂ ਕੈਰੀ, ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਾਹੀ। ਫਿਰ ਸਤਿਗੁਰ ਆਣ ਨਿਵਾਇਆ, ਹਰ ਗੁਰੇ ਭਾਣਾ ਦੀ ਵਡਿਆਈ। ਤੁਰ ਲਿਖਿਆ ਲੇਖ ਰਜਾਏ ਜੀਓ, ਕਹੇ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਸਾਰਾ ਜਗਤ ਸੰਸਾਰ ਜਿਹੜਾ ਹੈ ਉਹ ਫਿਰ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਮਹਾਰਾਜ ਜੀਆਂ ਦੇ ਚਰਨਾਂ ਪਾਸ ਝੁਕਿਆ, ਨਮਸਕਾਰ ਕੀਤੀ। ਸਾਧ ਸੰਗਤ ਜੀ ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ। ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀ ਨੀਵ ਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨ ਜਾਈ। ਸੋਢੀ ਸ੍ਰਿਸ਼ਟ ਸਗਲ ਤਾਰਨ ਕਉ, ਆਪ ਗੁਰੂ ਰਾਮਦਾਸ ਕਉ ਮਿਲੀ ਵਡਾਈ। ਪ੍ਰੇਮ ਦੇ ਨਾਲ ਸਰਬੱਤ ਸੰਗਤਾਂ ਆਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਸਾਧ ਸੰਗਤ ਜੀ ਸਤਿਗੁਰੂ ਜੀਆਂ ਨੂੰ ਇਹ ਵਡਿਆਈ ਮਿਲੀ ਜਦੋਂ ਸਤਿਗੁਰੂ ਜੀਆਂ ਨੂੰ ਬਾਹਾਂ ਤੋਂ ਫਕੜ ਕਰਕੇ ਸਾਧ ਸੰਗਤ ਜੀ ਸਿੰਘਾਸਣ ਦੇ ਉੱਪਰ ਬਿਠਾਇਆ ਨਾ ਮਹਾਰਾਜ ਜੀਆਂ ਨੇ। ਔਰ ਨੇਤਰਾਂ ਦੇ ਵਿੱਚੋਂ ਨੀਰ ਵਹਿ ਤੁਰਿਆ ਗੁਰੂ ਰਾਮਦਾਸ ਜੀਆਂ ਮਹਾਰਾਜ ਜੀਆਂ ਦੇ ਕਿ ਮੇਰੀ ਕੀ ਹਾਲਤ ਸੀ, ਮੈਂ ਕਿਵੇਂ ਯਤੀਮ ਗਲੀਆਂ ਦੇ ਵਿੱਚ ਸਾਧ ਸੰਗਤ ਜੀ ਘੁੰਗਣੀਆਂ ਵੇਚੀਆਂ। ਮਾਤਾ ਪਿਤਾ ਦਾ ਸਾਇਆ ਜਿਹੜਾ ਹੈ ਉਹ ਜਿਹੜਾ ਛੋਟੀ ਉਮਰ ਦੇ ਵਿੱਚ ਉੱਠ ਗਿਆ ਵਿਰਾਗ ਦੇ ਵਿੱਚ। ਹੁਣ ਇਹ ਬਚਨ ਕਰਦੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ। ਤੁਸੀਂ ਤੇ ਕੀੜਿਆਂ ਨੂੰ ਪਾਤਸ਼ਾਹੀ ਦੇ ਦਿੱਤੀ ਹੈ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਸਤਿਗੁਰੂ ਜੀਆਂ ਨੇ ਇਤਨੀ ਵੱਡੀ ਕਿਰਪਾ ਕੀਤੀ। ਸਾਧ ਸੰਗਤ ਜੀ ਇਹ 14 ਸਤੰਬਰ ਤੇ 1574 ਈਸਵੀ ਨੂੰ ਸਤਿਗੁਰੂ ਜੀ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋਏ ਔਰ 1581 ਤੱਕ ਸਤਿਗੁਰੂ ਜੀ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਰਹੇ। ਆਪ ਸਰਬੱਤ ਸੰਗਤਾਂ ਨੂੰ ਗੁਰਤਾ ਗੱਦੀ ਗੁਰਪੁਰਬ ਦੀਆਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਗੁਰਗੱਦੀ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਆਓ ਹੁਣ ਥੋੜੇ ਸਮੇਂ ਦੇ ਅੰਦਰ ਸੰਖੇਪ ਵਿਚਾਰ ਕਰਕੇ
ਜੋ ਆਪ ਜੀ ਲੜੀਵਾਰ ਕਥਾ ਵਿਚਾਰ ਹਰ ਰੋਜ਼ ਸਰਵਣ ਕਰਦੇ ਹੋ ਨਾ, ਆਓ ਬੜੇ ਪ੍ਰੇਮ ਦੇ ਨਾਲ ਵਿਚਾਰਾਂ ਨੂੰ ਸਰਵਣ ਕਰੀਏ। ਸਾਡੇ ਚੰਗੇ ਗੁਣ ਲੁੱਟ ਰਹੇ ਨੇ, ਮਹਾਰਾਜ ਕਹਿੰਦੇ ਕਿਸ ਤਰ੍ਹਾਂ ਇਹਨਾਂ ਤੋਂ ਬਚਾਈਏ। ਮਾਰਹਿ ਲੁੱਟ ਨੇ, ਮਹਾਰਾਜ ਕਹਿੰਦੇ ਢਾਹੇ ਮੜੋਲੀ ਲੂਟਿਆ ਦੇਹ। ਸਤਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰੋ। ਦਾਸ ਦੇ ਪਾਸੋਂ ਵਿਚਾਰਾਂ ਕਰਦਿਆਂ ਹੋਇਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਅਣਜਾਣ ਬੱਚੇ ਹਾਂ, ਕੁਝ ਵੀ ਸਮਝ ਨਹੀਂ। ਸਤਿਗੁਰੂ ਜੀਆਂ ਦਾ ਇਤਿਹਾਸ ਗੁਰਬਾਣੀ ਅਗਾਧ ਬੋਧ ਹੈ, ਜਿਸ ਦੀ ਵਿਚਾਰ ਕੋਈ ਵੀ ਕਰ ਨਹੀਂ ਸਕਦਾ। ਮਹਾਰਾਜ ਜੀ ਆਪ ਹੀ ਕਿਰਪਾ ਕਰਨ ਤਾਂ ਉਸ ਦੀ ਵਡਿਆਈ ਇਸੇ ਤਰ੍ਹਾਂ ਹੀ ਕਰਦੇ ਰਹੀਏ। ਸਤਿਗੁਰੂ ਜੀ ਆਪਣੀ ਵਡਿਆਈ ਕਰਵਾਉਂਦੇ ਰਹਿਣ। ਆਪ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਬੜੇ ਪਿਆਰ ਦੇ ਨਾਲ ਵਿਚਰਦੇ ਨੇ ਔਰ ਸੇਵਾ ਨਿਭਾਉਂਦੇ ਨੇ। ਸਾਧ ਸੰਗਤ ਜੀ ਭੁੱਲਾਂ ਨਾ ਚਿਤਾਰਿਓ, ਭੁੱਲਾਂ ਨੂੰ ਖਿਮਾ ਕਰਿਓ ਔਰ ਸਤਿਗੁਰੂ ਜੀਆਂ ਅੱਗੇ ਅਰਦਾਸ ਕਰਿਓ ਅਗਾਹਾਂ ਤੋਂ ਕਥਾ ਕਰਨ ਦੀ ਜਾਚ ਆ ਜਾਵੇ। ਆਓ ਹੁਣ ਬੜੇ ਪ੍ਰੇਮ ਦੇ ਨਾਲ ਆਪ ਸਰਬੱਤ ਸੰਗਤਾਂ ਫਤਿਹ ਦੀ ਸਾਂਝ ਪਾਵੋ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਪ੍ਰੇਮ ਦੇ ਵਿੱਚ ਭਿੱਜ ਕਰਕੇ ਉੱਚੀ ਆਵਾਜ਼ ਦੇ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।